ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸ਼੍ਰੋਮਣੀ ਭਗਤ ਧੰਨ ਕਬੀਰ ਸਾਹਿਬ ਜੀ ਦੇ ਬਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਆਸਾ ਰਾਗ ਵਿੱਚ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 479 ਉੱਤੇ ਅੰਕਿਤ ਹੈ। ਪਾਵਨ ਪਿੱਤਰ ਸ਼ਬਦ ਵਿੱਚ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਧੰਨ ਕਬੀਰ ਸਾਹਿਬ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਕਿ ਜਦੋਂ ਜੀਵ ਸੰਸਾਰ ਉੱਤੇ ਜਨਮ ਲੈ ਕੇ ਆਉਂਦਾ ਹੈ ਤੇ ਉਹਦੇ ਜੀਵਨ ਦੇ ਪਹਿਲੇ 12 ਸਾਲ ਜਿਹੜੇ ਹਨ ਉਹ ਬਚਪਨ ਅਵਸਥਾ ਵਿੱਚ ਬੀਤ ਜਾਂਦੇ ਹਨ। ਦੁਨੀਆ ਦੇ ਲੋਕ ਕਹਿ ਦਿੰਦੇ ਹਨ ਅਜੇ ਸਾਡਾ ਬੱਚਾ ਬੇਸਮਝ ਹੈ, ਅਜੇ ਬਚਪਨਾ ਹੈ, ਅਜੇ ਬਹੁਤ ਛੋਟੀ ਉਮਰ ਦਾ ਹੈ, ਇਸ ਨੂੰ ਪ੍ਰਮਾਤਮਾ ਦੀ ਸੋਝੀ ਨਹੀਂ ਹੈ, ਇਸ ਦੇ ਇਹ ਬਚਪਨ ਦੇ ਦਿਨ ਖੇਡਣ ਮੱਲਣ ਦੇ ਹਨ, ਇਸ ਕਰਕੇ ਵੱਡਾ ਹੋ ਕੇ ਇਹ ਅੰਮ੍ਰਿਤ ਛਕ ਲਵੇਗਾ, ਵੱਡਾ ਹੋ ਕੇ ਪ੍ਰਮਾਤਮਾ ਦਾ ਨਾਮ ਜਪ ਲਵੇਗਾ। ਅਜੇ ਇਸ ਦੇ ਦਿਨ ਜਿਹੜੇ ਹੱਸਣ ਖੇਡਣ ਦੇ ਹਨ ਤੇ ਇਸ ਕਰਕੇ ਅਸੀਂ ਇਸ ਅਵਸਥਾ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਇਹ ਬਚਪਨ ਅਵਸਥਾ ਜਿਹੜੀ ਸਾਡੀ ਸੰਸਾਰ ਦੀਆਂ ਖੇਡਾਂ ਦੇ ਵਿੱਚ ਤੇ ਹੱਸਣ ਖੇਡਣ ਵਿੱਚ ਹੀ ਅਸੀਂ ਆਪਣਾ ਬਤੀਤ ਕਰ ਦਿੰਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ 12 ਬਰਸ ਬਾਲਪਨ ਬੀਤੇ, ਮਨੁੱਖ ਦੇ ਜੀਵਨ ਦੇ ਪਹਿਲੇ 12 ਸਾਲ ਬਚਪਨ ਅਵਸਥਾ ਵਿੱਚ ਖਤਮ ਹੋ ਜਾਂਦੇ ਹਨ, ਬੀਤ ਜਾਂਦੇ ਹਨ ਤੇ ਜੀਵਨ ਦੇ ਪਹਿਲੇ 12 ਸਾਲ ਜਿਹੜਾ ਮਨੁੱਖ ਹੈ ਬਾਲਪਨ ਅਵਸਥਾ ਵਿੱਚ ਗਵਾ ਦਿੰਦਾ ਹੈ ਤੇ ਪ੍ਰਭੂ ਦਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਚੰਗੇ ਕਰਮ ਨਹੀਂ ਕਰਦਾ, ਇਸ ਕਰਕੇ ਅਣਜਾਣ ਤੇ ਬੇਸਮਝ ਬਣਿਆ ਰਹਿੰਦਾ ਹੈ, ਜਿਸ ਕਰਕੇ ਉਹਦੇ ਮਾਤਾ ਪਿਤਾ ਵੀ ਤੇ ਹੋਰ ਸਾਕ ਸੰਬੰਧੀ ਵੀ ਇਹੋ ਗੱਲ ਆਖਦੇ ਹਨ ਭਾਈ ਅਜੇ ਇਹਦਾ ਬਚਪਨਾ ਹੈ, ਇਹਦੇ ਖੇਡਣ ਹੱਸਣ ਦੇ ਦਿਨ ਹਨ, ਜਦੋਂ ਵੱਡਾ ਹੋਵੇਗਾ ਉਦੋਂ ਅੰਮ੍ਰਿਤ ਦੀ ਦਾਤ ਲੈ ਲਵੇਗਾ, ਅੰਮ੍ਰਿਤ ਛਕ ਲਵੇਗਾ ਜਾਂ ਪ੍ਰਮਾਤਮਾ ਦੀ ਬੰਦਗੀ ਕਰ ਲਵੇਗਾ, ਸਿਮਰਨ ਕਰ ਲਵੇਗਾ, ਅਜੇ ਇਸ ਦਾ ਨਾਮ ਜਪਣ ਦਾ ਜਾਂ ਅੰਮ੍ਰਿਤ ਛਕਣ ਦਾ ਸਮਾਂ ਨਹੀਂ ਹੈ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, ਤੇ ਮਨੁੱਖ ਭਾਈ 12 ਸਾਲਾਂ ਤੋਂ ਬਾਅਦ ਫਿਰ 20 ਸਾਲਾਂ ਦਾ ਹੋ ਜਾਂਦਾ ਹੈ। 20 ਸਾਲ ਦੀ ਉਮਰ ਤੱਕ ਵੀ ਮਨੁੱਖ ਜਿਹੜਾ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਕੋਈ ਸੰਸਾਰ ਉੱਤੇ ਚੰਗਾ ਕਰਮ ਨਹੀਂ ਕਰਦਾ, ਕੋਈ ਧਰਮ ਦੀ ਗਵਾਹੀ ਨਹੀਂ ਕਰਦਾ, ਕਿਸ ਉੱਤੇ ਦਇਆ ਨਹੀਂ ਕਰਦਾ। ਇਸ ਕਰਕੇ ਜਿਹੜੇ ਮਨੁੱਖ ਦੇ ਜੀਵਨ ਦੇ ਪਹਿਲੇ 12 ਸਾਲ ਤੇ ਫਿਰ 20 ਸਾਲ ਵੀ ਜਿਹੜੇ ਇਹ ਨਾਮ ਸਿਮਰਨ ਤੋਂ ਬਿਨਾਂ ਵਿਅਰਥ ਬੀਤ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਇਸ ਤੋਂ ਅੱਗੇ 30 ਬਰਸ ਕਛ ਦੇਵ ਨਾ ਪੂਜਾ, ਕਿ ਮਨੁੱਖ 30 ਸਾਲਾਂ ਦਾ ਹੋ ਜਾਂਦਾ ਹੈ, ਫਿਰ ਵੀ 30 ਸਾਲਾਂ ਤੱਕ ਵੀ ਮਨੁੱਖ ਜਿਹੜਾ ਭਾਈ ਨਾ ਕੋਈ ਸਿਮਰਨ ਕਰਦਾ ਹੈ, ਨਾ ਕਿਸੇ ਦੇਵ ਦੀ ਪੂਜਾ ਕਰਦਾ ਹੈ। ਇਸ ਕਰਕੇ 30 ਸਾਲਾਂ ਤੋਂ ਬਾਅਦ ਜਦੋਂ ਉਹਦੇ ਸਰੀਰ ਉੱਤੇ ਵਡੇਪਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ, ਸਿਰ ਕੰਬਣ ਲੱਗ ਪੈਂਦਾ ਹੈ, ਵਡੇਪਾ ਆ ਜਾਂਦਾ ਹੈ, ਅੱਖਾਂ ਦੀ ਜੋਤ ਘਟ ਜਾਂਦੀ ਹੈ, ਰੋਸ਼ਨੀ ਘਟ ਜਾਂਦੀ ਹੈ, ਸਿਰ ਕੰਪਿਓ ਪੱਗ ਡਗਮਗੇ, ਪੈਰਾਂ ਨੂੰ ਠੇਡੇ ਲੱਗਦੇ ਹਨ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਪਈ, ਤਉ ਨਹਾਰ ਸਲੀਨ। ਇਸ ਅਵਸਥਾ ਦੇ ਵਿੱਚ ਜਾ ਕੇ ਮਨੁੱਖ ਜਿਹੜਾ ਭਾਈ ਫਿਰ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ 30 ਬਰਸ ਕਛ ਦੇਵ ਨਾ ਪੂਜਾ, 30 ਸਾਲਾਂ ਤੱਕ ਵੀ ਪ੍ਰਮਾਤਮਾ ਕਿਸੇ ਇਸ਼ਟ ਪ੍ਰਮਾਤਮਾ ਦੀ ਪੂਜਾ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਫਿਰ ਪਛਤਾਨਾ ਬਿਰਧ ਭਇਓ। ਫਿਰ ਜਦੋਂ ਬੁਢੇਪਾ ਆ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ ਹੈ ਤਾਂ ਉਦੋਂ ਉਸ ਨੂੰ ਪਛਤਾਵਾ ਲੱਗਦਾ ਹੈ ਬੀਤੇ ਹੋਏ ਸਮੇਂ 'ਤੇ ਕਿ ਜੀਵਨ ਦੇ ਪਹਿਲੇ 12 ਸਾਲ ਵੀ ਵਿਅਰਥ ਗਵਾ ਦਿੱਤੇ, ਫਿਰ 20 ਸਾਲਾਂ ਤੱਕ ਵੀ ਮੈਂ ਕੋਈ ਬੰਦਗੀ ਸਿਮਰਨ ਨਹੀਂ ਕੀਤਾ,
30 ਸਾਲਾਂ ਵਿੱਚ ਹੋ ਕੇ ਆਪਣੀ ਜਵਾਨੀ ਗਵਾ ਲਈ ਹੈ ਤੇ ਇੱਥੋਂ ਤੱਕ ਪਹੁੰਚ ਕੇ ਵੀ 30 ਸਾਲਾਂ ਦਾ ਹੋ ਕੇ ਵੀ ਪਰਮਾਤਮਾ ਦਾ ਸਿਮਰਨ ਭਜਨ ਬੰਦਗੀ ਨਹੀਂ ਕੀਤੀ ਤੇ ਜੀਵਨ ਦੇ ਪਹਿਲੇ 30 ਸਾਲ ਨਾਮ ਸਿਮਰਤ ਬਿਨਾਂ ਵਿਅਰਥ ਗਵਾ ਲਏ ਹਨ। ਉਸ ਤੋਂ ਬਾਅਦ ਹੁਣ ਸਰੀਰ ਉੱਤੇ ਵਡੇਪਾ ਆ ਗਿਆ ਹੈ। ਜਿਵੇਂ ਭਗਤ ਭੀਖਨ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ ਕਿ ਨੈਣੋ ਨੀਰ ਬਹੇ ਤਨ ਖੀਨਾ, ਪਏ ਕੇਸ ਦੁੱਧਵਾਨੀ, ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ ਤੇ ਸਰੀਰ ਕਮਜ਼ੋਰ ਪਈ ਜਾਂਦਾ ਹੈ। ਨੈਣੋ ਨੀਰ ਪਏ ਤਨ ਖੀਨਾ ਕਮਜ਼ੋਰ ਹੋਈ ਜਾਂਦਾ ਹੈ। ਪਏ ਕੇਸ ਦੁੱਧਵਾਨੀ, ਸਿਰ ਦੇ ਵਾਲ, ਦਾੜੀ ਦੇ ਵਾਲ ਚਿੱਟੇ ਦੁੱਧ ਵਰਗੇ ਹੋ ਗਏ ਹਨ। ਤੇ ਇਸ ਅਵਸਥਾ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ। ਧੰਨ ਬਾਬਾ ਭੀਖਨ ਸਾਹਿਬ ਜੀ ਵੀ ਕਹਿੰਦੇ ਹਨ, ਨੈਣੋ ਨੀਰ ਬਹੇ ਤਨ ਖੀਨਾ, ਪਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਹੇ ਪ੍ਰਾਨੀ, ਕਿ ਕੰਠ ਗਲਾ ਵੀ ਬੈਠ ਗਿਆ ਹੈ, ਹੁਣ ਤੂੰ ਆਪਣੇ ਗਲੇ ਵਿੱਚੋਂ ਸ਼ੁੱਧ ਬਚਨ ਨਹੀਂ ਬੋਲ ਸਕਦਾ। ਇਸ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਦੀ ਬੰਦਗੀ ਸਿਮਰਨ ਨਹੀਂ ਕੀਤਾ ਜਾ ਸਕਦਾ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। 30 ਸਾਲਾਂ ਦਾ ਹੋ ਕੇ ਵੀ ਮਨੁੱਖ ਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਕਿ ਸੰਸਾਰ ਉੱਤੇ ਆ ਕੇ ਚੰਗਾ ਕਰਮ ਨਹੀਂ ਕੀਤਾ। ਹੁਣ ਬਿਰਧ ਅਵਸਥਾ ਆ ਗਈ ਹੈ। ਹੁਣ ਬੀਤੇ ਹੋਏ ਸਮੇਂ ਤੇ ਪਛਤਾਵਾ ਲੱਗਾ ਹੈ ਕਿ ਇਤਨੇ ਜੀਵਨ ਦੇ 30 ਸਾਲ ਗਵਾ ਕੇ ਕੋਈ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਕੋਈ ਸੰਸਾਰ ਉੱਤੇ ਆ ਕੇ ਚੰਗਾ ਕਰਮ ਨਹੀਂ ਕੀਤਾ। ਇਸ ਕਰਕੇ ਮੈਂ ਜੀਵਨ ਦੇ ਪਹਿਲੇ 30 ਸਾਲ ਐਵੇਂ ਵਿਅਰਥ ਗਵਾ ਚੱਲਿਆ ਹਾਂ। ਮੇਰੀ ਕਰਤੇ ਜਨਮ ਗਿਓ। ਤੇ ਧੰਨ ਕਬੀਰ ਸਾਹਿਬ ਜੀ ਕਹਿੰਦੇ, ਇਸ ਤਰ੍ਹਾਂ ਮਨੁੱਖ ਜਿਹੜਾ ਹੈ ਮੇਰੀ ਕਰਦਾ ਹੋਇਆ, ਇਹ ਵਸਤੂ ਮੇਰੀ ਹੈ, ਜ਼ਮੀਨ ਜਾਇਦਾਦ ਮੇਰੀ, ਮਹਿਲ ਮਾੜੀਆਂ ਮੇਰੇ ਹਨ, ਸਾਖ ਸੰਬੰਧੀ ਮੇਰੇ ਹਨ, ਸਭ ਕੁਝ ਮੇਰਾ ਹੈ। ਇਸ ਕਰਕੇ ਮੇਰੀ ਵਿੱਚ ਪਿਆ ਹੋਇਆ ਜੀਵ ਆਪਣਾ ਮਨੁੱਖਾ ਜਨਮ ਬਿਰਥ ਗਵਾ ਜਾਂਦਾ ਹੈ। ਮੇਰੀ ਕਰਤੇ ਜਨਮ ਗਿਓ। ਧੰਨ ਕਬੀਰ ਸਾਹਿਬ ਕਹਿੰਦੇ, ਇਸ ਤਰ੍ਹਾਂ ਮਨੁੱਖ ਜਿਹੜਾ ਮੇਰੀ ਵਿੱਚ ਪਿਆ ਹੈ, ਹਉਮੈ ਦੇ ਵਸ ਹੋ ਕੇ ਆਪਣਾ ਮਨੁੱਖਾ ਜਨਮ ਜਿਹੜਾ ਦੁਰਲੱਭ ਜਨਮ ਹੈ, ਵਿਅਰਥ ਸੰਸਾਰ ਤੋਂ ਗਵਾ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਸੈਰ ਸੋਖ ਭੁੰਜਗ ਬਲਿਓ, ਕਿ ਜਿਸ ਤਰ੍ਹਾਂ ਕੋਈ ਸਰੋਵਰ ਦਾ ਪਾਣੀ ਸੁੱਕ ਜਾਂਦਾ ਹੈ, ਭੁੱਜ ਬਾਹਾਂ ਨੂੰ ਕਿਹਾ ਜਾਂਦਾ ਹੈ, ਕਿ ਜਿਸ ਤਰ੍ਹਾਂ ਭਾਈ ਸਰੋਵਰ ਦਾ ਪਾਣੀ ਸੁੱਕ ਜਾਂਦਾ ਹੈ, ਇਸੇ ਤਰ੍ਹਾਂ ਸਾਡੀਆਂ ਬਾਹਾਂ ਦਾ ਬਲ ਵੀ ਇੱਕ ਦਿਨ ਸੁੱਕ ਜਾਂਦਾ ਹੈ। ਸਾਡੀਆਂ ਬਾਹਾਂ ਜਿਹੜੀਆਂ ਹਨ ਬਲਹੀਣ ਹੋ ਜਾਂਦੀਆਂ ਹਨ। ਅਸੀਂ ਕੋਈ ਕਾਰ ਵਿਹਾਰ ਨਹੀਂ ਕਰ ਸਕਦੇ, ਕੋਈ ਕਾਰਜ ਨਹੀਂ ਕਰ ਸਕਦੇ। ਇਸ ਕਰਕੇ ਸਾਡੀਆਂ ਬਾਹਾਂ ਦਾ ਬਲ ਵੀ ਖਤਮ ਹੋ ਜਾਂਦਾ ਹੈ। ਸੈਰ ਸੁਖ ਭੁੰਜੰਗ ਬਲਿਓ, ਕਿ ਸਾਡੀਆਂ ਬਾਹਾਂ ਸੁੱਕ ਜਾਂਦੀਆਂ ਹਨ, ਬਾਹਾਂ ਦਾ ਬਲ ਖਤਮ ਹੋ ਜਾਂਦਾ। ਬਿਰਧ ਅਵਸਥਾ ਵਿੱਚ ਜਾ ਕੇ ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਦੀ ਜੋਤ ਖਤਮ ਹੋ ਜਾਂਦੀ ਹੈ, ਜਿਸ ਕਰਕੇ ਭਾਈ ਪੈਰਾਂ ਨੂੰ ਠੇਡੇ ਲੱਗਦੇ ਹਨ। ਤਾਂ ਅਸੀਂ ਕੋਈ ਸੰਸਾਰ ਉੱਤੇ ਕਿਰਤ ਨਹੀਂ ਕਰ ਸਕਦੇ, ਕੋਈ ਕਾਰਜ ਨਹੀਂ ਕਰ ਸਕਦੇ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਸੂਕੇ ਸਰਵਰ ਪਾਲ ਬੰਧਾਵੇ। ਜਿਹੜਾ ਸਰੋਵਰ ਸੁੱਕਾ ਹੈ, ਜਿਹੜਾ ਕੋਈ ਦਰਿਆ ਜਾਂ ਨਹਿਰ ਸੁੱਕੀ ਹੋਈ ਹੈ, ਅਸੀਂ ਉਸ ਦੇ ਵਿੱਚ ਰੇਤਾ ਦਾ ਮਹਿਲ ਉਸਾਰਨ ਦਾ ਯਤਨ ਕਰਦੇ ਹਾਂ। ਤੇ ਭਾਈ ਜਦੋਂ ਪਾਣੀ ਤੇਜ਼ ਆਵੇਗਾ ਤੇ ਰੇਤਾ ਦੀ ਬਣੀ ਹੋਈ ਕੰਧ ਜਿਹੜਾ ਮਹਿਲ ਹੈ, ਉਹ ਪਾਣੀ ਅੱਗੇ ਕਿਤਨੀ ਦੇਰ ਠਹਿਰ ਸਕੇਗਾ। ਇਸੇ ਤਰ੍ਹਾਂ ਜਦੋਂ ਭਾਈ ਮੌਤ ਰੂਪੀ ਹੜ੍ਹ ਆਵੇਗਾ, ਪਾਣੀ ਆਵੇਗਾ ਮੌਤ ਰੂਪੀ, ਉਦੋਂ ਜਿਹੜੀ ਕੱਚੀ ਮਿੱਟੀ ਦਾ ਬਣਿਆ ਸਰੀਰ ਜਿਹੜਾ ਹੈ, ਇੱਕ ਪਲ ਵਿੱਚ ਹੀ ਢਹਿ ਢੇਰੀ ਹੋਵੇਗਾ। ਸੂਕੇ ਸਰਵਰ ਪਾਲ ਬੰਧਾਵੇ। ਪਾਲ ਕੰਧ ਨੂੰ ਕਹਿੰਦੇ ਹਨ। ਸੁੱਕੇ ਸਰੋਵਰ ਵਿੱਚ ਜਾਂ ਸੁੱਕੇ ਤਲਾਬ ਵਿੱਚ ਭਾਈ ਰੇਤਾ ਦੀ ਕੰਧ ਉਸਾਰਨ ਦਾ ਕੀ ਲਾਭ ਹੈ? ਜਦੋਂ ਪਾਣੀ ਆਵੇਗਾ, ਜ਼ੋਰ ਦੀ ਬਾਰਿਸ਼ ਹੋਵੇਗੀ, ਤੇ ਉਸ ਸਮੇਂ ਰੇਤਾ ਦੀ ਕੰਧ ਢਹਿੰਦਿਆਂ 1 ਮਿੰਟ 1 ਸਮਾਂ ਨਹੀਂ ਲੱਗੇਗਾ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਲੂਣੇ ਖੇਤ ਹੱਥ ਵਾਰ ਕਰੇ। ਜਿਹੜਾ ਖੇਤ ਕੱਟਿਆ ਹੋਇਆ ਹੈ, ਜਿਹੜਾ ਖੇਤ ਉਜੜ ਚੁੱਕਾ ਹੈ ਭਾਈ, ਉਹਨੂੰ ਵਾੜ ਕਰਨ ਦਾ ਕੀ ਲਾਭ ਹੈ? ਇਸ ਤਰ੍ਹਾਂ ਭਾਈ ਜਦੋਂ ਸਾਡੇ ਸਰੀਰ ਤੇ ਵਡੇਪਾ ਆ ਗਿਆ, ਅੰਤ ਸਮਾਂ ਆ ਗਿਆ, ਸਾਰਾ ਜੀਵਨ ਵਿਕਾਰਾਂ ਵਿੱਚ ਵਿਅਰਥ ਗਵਾ ਲਿਆ, ਮੋਹ ਮਾਇਆ ਦੇ ਮੇਰੀ ਕਰਦਿਆਂ ਜਨਮ ਗਵਾ ਲਿਆ। ਹੁਣ ਵਡੇਪੇ ਸਮੇਂ ਭਾਈ ਜਦੋਂ ਸਰੀਰ ਰੂਪੀ ਕੰਧ ਡਿੱਗਣ ਵਾਲੀ ਹੈ, ਸਰੀਰ ਰੂਪੀ ਖੇਤ ਉਜੜ ਚੁੱਕਾ ਹੈ, ਉਦੋਂ ਇਸ ਨੂੰ ਵਾੜ ਕਰਨ ਦਾ ਕੋਈ ਲਾਭ ਨਹੀਂ ਹੈ, ਇਸ ਦੀ ਰੱਖਿਆ ਕਰਨ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਇਹ ਹੁਣ ਵਡੇਪੇ ਦੇ ਮੂੰਹ ਵਿੱਚ, ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ।
ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਆਇਓ ਚੋਰ ਤੁਰੰਤੇ ਲੈ ਗਿਓ। ਭਾਈ ਜਿਸ ਤਰ੍ਹਾਂ ਪ੍ਰਭੂ ਦੇ ਭੇਜੇ ਹੋਏ ਜਮਰਾਜ ਚੋਰਾਂ ਦੀ ਨਿਆਈ ਤੇਰੇ ਸਰੀਰ ਵਿੱਚ ਪ੍ਰਵੇਸ਼ ਹੋਣਗੇ ਤੇ ਤੇਰੀ ਸਵਾਸਾਂ ਰੂਪੀ ਪੂੰਜੀ ਜਿਹੜੀ ਆ ਉਹ ਲੁੱਟ ਲੈਣਗੇ, ਜੀਵ ਆਤਮਾ ਨੂੰ ਫੜ ਕੇ ਸਰੀਰ ਵਿੱਚੋਂ ਲੈ ਜਾਣਗੇ ਤੇ ਹੇ ਮੂਰਖ ਜੀਵ, ਤੂੰ ਮੇਰੀ ਮੇਰੀ ਕਰਦਾ ਰਹਿ ਜਾਵੀਂ। ਆਇਓ ਚੋਰ ਤੁਰੰਤੇ ਲੈ ਗਿਓ, ਮੇਰੀ ਰਾਖਤ ਮੁਗਧ ਫਿਰੇ। ਮੁਗਧ ਮੂਰਖ ਨੂੰ ਕਹਿੰਦੇ ਹਨ ਕਿ ਮੂਰਖਾ, ਤੂੰ ਮੇਰੀ ਮੇਰੀ ਕਰਦਾ ਰਹਿ ਜਾਵੀਂ, ਹਉਮੈ ਦੇ ਵਸ ਵਿੱਚ ਹੋ ਕੇ ਤੂੰ ਮੇਰੀ ਮੇਰੀ ਕਰਦਾ ਰਹਿ ਜਾਵੇਂਗਾ ਤੇ ਪ੍ਰਭੂ ਦੇ ਭੇਜੇ ਹੋਏ ਜਮਰਾਜ ਤੇਰੇ ਸਰੀਰ ਨੂੰ ਸੰਨ ਲਾ ਕੇ ਸਰੀਰ ਵਿੱਚ ਪ੍ਰਵੇਸ਼ ਹੋ ਕੇ ਤੇਰੀ ਸਵਾਸਾਂ ਰੂਪੀ ਪੂੰਜੀ ਲੁੱਟ ਲੈਣਗੇ ਅਤੇ ਜੀਵ ਆਤਮਾ ਨੂੰ ਸਰੀਰ ਚੋਂ ਕੱਢ ਕੇ ਲੈ ਜਾਣਗੇ, ਤੂੰ ਮੇਰੀ ਮੇਰੀ ਕਰਦਾ ਰਹਿ ਜਾਵੇਂਗਾ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੇ। ਕਿ ਹੁਣ ਤੇਰੇ ਪੈਰ ਜਿਹੜੇ ਹਨ ਉਹ ਕੰਬਣ ਲੱਗ ਪਏ ਹਨ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤੇ ਹੀਨ। ਸਿਰ ਤੇਰਾ ਕੰਬਣ ਲੱਗ ਪਿਆ ਹੈ, ਪੈਰਾਂ ਨੂੰ ਠੇਡੇ ਲੱਗਦੇ ਹਨ, ਅੱਖਾਂ ਦੀ ਜੋਤ ਖਤਮ ਹੋ ਗਈ ਹੈ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਵਹੇ। ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਹੈ, ਅੱਖਾਂ ਦੀ ਜੋਤ ਖਤਮ ਹੋ ਜਾ ਰਹੀ ਹੈ। ਇਸ ਕਰਕੇ ਭਾਈ ਇਸ ਬਿਰਧ ਅਵਸਥਾ ਦੇ ਵਿੱਚ ਹੁਣ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕੇਗਾ, ਸੇਵਾ ਸਮਰਨ ਨਹੀਂ ਕਰ ਸਕੇਗਾ। ਇਸ ਕਰਕੇ ਹੁਣ ਤੈਨੂੰ ਬੀਤੇ ਹੋਏ ਸਮੇਂ ਤੇ ਉਮਰ ਤੇ ਆਪਣਾ ਪਛਤਾਵਾ ਲੱਗੇਗਾ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੇ। ਹੁਣ ਤੇਰੇ ਪੈਰ ਕੰਬਣ ਲੱਗ ਪਏ ਹਨ ਅਤੇ ਸਿਰ ਕੰਬਣ ਲੱਗ ਪਿਆ ਹੈ, ਸਾਰਾ ਸਰੀਰ ਕੰਬ ਰਿਹਾ ਹੈ, ਅੱਖਾਂ ਦੀ ਜੋਤ ਖਤਮ ਹੋ ਰਹੀ ਹੈ, ਅੱਖਾਂ 'ਚ ਪਾਣੀ ਵਗ ਰਿਹਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਭਾਈ ਤੂੰ ਕਿਸ ਤਰ੍ਹਾਂ ਪ੍ਰਭੂ ਦਾ ਨਾਮ ਜਪੇਗਾ। ਜੇਵਾ ਬਚਨ ਸੁਧ ਨਿਕਸੈ। ਹੁਣ ਤੇਰੀ ਜ਼ੁਬਾਨ ਵਿੱਚੋਂ ਸ਼ੁੱਧ ਬਚਨ ਨਹੀਂ ਨਿਕਲ ਸਕਦਾ ਕਿ ਉਹ ਤੇਰੀ ਜੀਭਾ ਥਥਲਾਉਣ ਲੱਗ ਪਈ ਹੈ। ਜੇਵਾ ਬਚਨ ਸ਼ੁੱਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਇਸ ਅਵਸਥਾ ਵਿੱਚ ਬਿਰਧ ਅਵਸਥਾ ਵਿੱਚ ਜਾ ਕੇ ਧਰਮ ਦੀ ਆਸ ਰੱਖਦਾ ਹੈ, ਜਦੋਂ ਕਿ ਜਵਾਨੀ ਦੇ ਪਹਿਲੇ 12 ਸਾਲ, ਫਿਰ 30 ਸਾਲ, ਫਿਰ 20 ਸਾਲ ਤੋਂ 30 ਸਾਲ ਤੱਕ ਵੀ ਤੂੰ ਪ੍ਰਮਾਤਮਾ ਦਾ ਕੋਈ ਸਿਮਰਨ ਨਹੀਂ ਕਰ ਸਕਿਆ, ਬੰਦਗੀ ਨਹੀਂ ਕੀਤੀ ਤੇ ਹੁਣ ਬੁਢੇਪਾ ਆ ਗਿਆ ਹੈ, ਬਿਰਧ ਅਵਸਥਾ ਆ ਗਈ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਭਾਈ ਜਦੋਂ ਤੇਰਾ ਸਰੀਰ ਕੰਬਣ ਲੱਗ ਪਿਆ ਹੈ, ਅੱਖਾਂ ਦੀ ਜੋਤ ਖਤਮ ਹੋ ਗਈ ਹੈ, ਪੈਰਾਂ ਨੂੰ ਠੇਡੇ ਲੱਗ ਰਹੇ ਹਨ, ਇਸ ਅਵਸਥਾ ਵਿੱਚ ਤੂੰ ਧਰਮ ਦੀ ਆਸ ਰੱਖਦਾ ਹੈ। ਜਿਹਵਾ ਬਚਨ ਸੁਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਅਜੇ ਵੀ ਸਮਾਂ ਹੈ, ਅਜੇ ਵੀ ਪ੍ਰਮਾਤਮਾ ਦੇ ਪ੍ਰਤੀ ਸੁਚੇਤ ਹੋ ਜਾਵੇ, ਜਾਗਰਤ ਹੋ ਜਾਵੇ। ਹਰਿ ਜਿਉ ਕਿਰਪਾ ਕਰੇ ਲਿਵ ਲਾਵੇ। ਅਜੇ ਵੀ ਤੇਰੇ ਉੱਤੇ ਮੇਰੇ ਅਕਾਲ ਪੁਰਖ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋ ਜਾਵੇ, ਤੇਰੀ ਲਿਵ ਪ੍ਰਭੂ ਆਪਣੇ ਚਰਨਾਂ ਨਾਲ ਜੋੜ ਦਵੇ। ਹਰਿ ਜਿਉ ਕਿਰਪਾ ਕਰੇ ਲਿਵ ਲਾਵੇ, ਲਾਹਾ ਹਾਰਾ ਨਾਮ ਲਿਓ। ਅਜੇ ਵੀ ਸਮਾਂ ਹੈ ਭਾਈ, ਪ੍ਰਮਾਤਮਾ ਦਾ ਤੂੰ ਨਾਮ ਜਪ ਕੇ ਲਾਹਾ ਖੱਟ ਕੇ ਸੰਸਾਰ ਤੋਂ ਜਾ ਸਕਦਾ ਹੈ। ਜੇ ਪ੍ਰਮਾਤਮਾ ਤੇਰੇ ਤੇ ਬਖਸ਼ਿਸ਼ ਕਿਰਪਾ ਕਰੇ, ਕਿਰਪਾ ਦੇ ਘਰ ਵਿੱਚ ਆ ਕੇ ਤੇਰੀ ਲਿਵ ਆਪਣੇ ਚਰਨਾਂ ਨਾਲ ਜੋੜ ਦਵੇ, ਸੁਰਤੀ ਤੇਰੇ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਵੇ ਤੇ ਅਜੇ ਵੀ ਤੂੰ ਪ੍ਰਮਾਤਮਾ ਦਾ ਸਿਮਰਨ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਗੁਰ ਪ੍ਰਸਾਦੀ ਹਰ ਤਨ ਪਾਇਓ, ਸੋ ਪ੍ਰਸਾਦ ਨਾਮ ਕਿਰਪਾ ਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਅਜੇ ਵੀ ਜੇ ਮੇਰੇ ਸਤਿਗੁਰ ਦੀ ਅਕਾਲ ਪੁਰਖ ਦੀ ਤੇਰੇ ਤੇ ਕਿਰਪਾ ਰਹਿਮਤ ਬਖਸ਼ਿਸ਼ ਹੋ ਜਾਵੇ ਤੇ ਤੂੰ ਨਾਮ ਰੂਪੀ ਧਨ ਖੱਟ ਕੇ ਸੰਸਾਰ ਤੋਂ ਜਾਵੇਂ। ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚੱਲਦਿਆਂ ਨਾਲ ਚਲਿਓ। ਤੇ ਨਾਮ ਜਪਦਿਆਂ ਸਿਮਰਨ ਕਰਦਿਆਂ ਅਜੇ ਵੀ ਤੇਰੀ ਜੇ ਸਵਾਸ ਨਿਕਲ ਜਾਣ ਤੇ ਭਾਈ ਅੰਤ ਸਮੇਂ ਇਹ ਪ੍ਰਭੂ ਦਾ ਨਾਮ ਰੂਪੀ ਧਨ ਤੇਰੇ ਨਾਲ ਜਾਵੇਗਾ। ਬਾਕੀ ਦਾ ਦੁਨਿਆਵੀ ਧਨ, ਮਹਿਲ ਬਾੜੀਆਂ, ਸਾਕ ਸੰਬੰਧੀ, ਇਸਤਰੀ, ਧੀਆਂ, ਪੁੱਤਰ ਆਦਿ ਸਾਰੇ ਇੱਥੇ ਰਹਿ ਜਾਣ ਵਾਲੇ ਹਨ। ਗੁਰ ਪ੍ਰਸਾਦੀ ਹਰ ਤਨ ਪਾਇਓ, ਗੁਰੂ ਦੀ ਕਿਰਪਾ ਬਖਸ਼ ਦੁਆਰਾ ਅਜੇ ਵੀ ਤੈਨੂੰ ਜੇ ਨਾਮ ਦੀ ਪ੍ਰਾਪਤੀ ਹੋ ਜਾਵੇ, ਨਾਮ ਰੂਪੀ ਧਨ ਪ੍ਰਾਪਤ ਹੋ ਜਾਵੇ, ਅੰਤੇ ਚੱਲਦਿਆਂ ਨਾਲ ਚੱਲਿਓ ਅਤੇ ਅੰਤ ਸਮੇਂ ਇਹ ਨਾਮ ਰੂਪੀ ਧਨ ਤੇਰੇ ਨਾਲ ਜਾਵੇਗਾ। ਬਾਕੀ ਦਾ ਦੁਨਿਆਵੀ ਧਨ ਤੇ ਹੋਰ ਜਿਹੜੀਆਂ ਜਾਇਦਾਦਾਂ ਸੰਸਾਰਕ ਮਹਿਲ ਮਾਲੀਆਂ ਸਾਖ ਸੰਬੰਧੀ ਹਨ, ਉਹ ਸਾਰੇ ਇੱਥੇ ਰਹਿ ਜਾਣ ਵਾਲੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰ ਸੁਨੋ ਰੇ ਸੰਤੋ, ਅੰਨ ਧਨ ਕਛੂਏ ਲੈ ਨਾ ਗਇਓ। ਕਿ ਭਾਈ ਨਾਮ ਰੂਪੀ ਧਨ ਤੋਂ ਬਿਨਾਂ ਨਾ ਅੰਨ ਦਾਣਾ ਨਾਲ ਜਾਵੇਗਾ, ਨਾ ਧਨ ਜਾਵੇਗਾ, ਨਾ ਮਹਿਲ ਮਾਲੀਆਂ ਜਾਣਗੀਆਂ, ਕੁਝ ਵੀ ਸੰਸਾਰ ਤੇ ਜੀਵ ਦੇ ਨਾਲ
ਨਿਭਣ ਵਾਲਾ ਨਹੀਂ ਹੈ, ਨਾਲ ਜਾਣ ਵਾਲਾ ਨਹੀਂ ਹੈ। ਇੱਕ ਨਾਮ ਰੂਪੀ ਧਨ ਤੇ ਸੰਸਾਰ ਉੱਤੇ ਕੀਤੇ ਚੰਗੇ ਕਰਮ ਜਿਹੜੇ ਹਨ ਉਹ ਜੀਵ ਦੇ ਨਾਲ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰ ਸੁਨੋਰੇ ਸੰਤੋ, ਆਨ ਧਨ ਕਛੂ ਲੈ ਨਾ ਗਇਓ। ਹੇ ਸੰਤ ਜਨੋ, ਕਬੀਰ ਸਾਹਿਬ ਜੀ ਦਾ ਇਹ ਬਚਨ ਸੁਣੋ ਕਿ ਨਾਮ ਸਿਮਰਨ ਤੋਂ ਬਿਨਾ ਤੇ ਨਾਮ ਰੂਪੀ ਧਨ ਤੋਂ ਬਿਨਾ ਹੋਰ ਕੋਈ ਵੀ ਵਸਤੂ ਸੰਸਾਰ ਦੇ ਜੀਵ ਦੇ ਨਾਲ ਨਹੀਂ ਨਿਭ ਸਕਦੀ, ਕੋਈ ਉਹਦਾ ਸਾਥ ਨਹੀਂ ਦੇ ਸਕਦੀ। ਬਾਕੀ ਦੀ ਸਾਰੀਆਂ ਵਸਤੂਆਂ, ਸਮਾਨ, ਜਾਇਦਾਦਾਂ, ਇਸਤਰੀ, ਧੀਆਂ, ਪੁੱਤਰ, ਸਾਕ ਸੰਬੰਧੀ ਸਭ ਇੱਥੇ ਰਹਿ ਜਾਣ ਵਾਲੇ ਹਨ। ਇੱਕ ਨਾਮ ਰੂਪੀ ਧਨ ਹੀ ਜੀਵ ਦੇ ਨਾਲ ਜਾਵੇਗਾ। ਸੋ ਕਬੀਰ ਸਾਹਿਬ ਜੀ ਕਹਿੰਦੇ ਹਨ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚਲਿਓ। ਕਿ ਭਾਈ ਜਦੋਂ ਅੰਤ ਸਮੇਂ ਅਕਾਲ ਪੁਰਖ ਦੀ ਮੌਤ ਦੀ ਚਿੱਠੀ ਆ ਜਾਣੀ ਹੈ, ਪੱਤਰਕਾ ਆ ਜਾਣੀ ਹੈ, ਤੇ ਸੁੰਦਰ ਮਹਿਲ ਮਾੜੀਆਂ ਤੇ ਹੋਰ ਜੋੜੀ ਹੋਈ ਮਾਇਆ ਜਿਹੜੀ ਇੱਥੇ ਦੁਨਿਆਵੀ ਧਨ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਹੈ, ਤਾਂ ਧੰਨ ਕਬੀਰ ਸਾਹਿਬ ਜੀ ਅਖੀਰ ਵਿੱਚ ਉਪਦੇਸ਼ ਕਰਦੇ ਹਨ ਕਿ ਸੰਸਾਰ ਦੇ ਲੋਕੋ, ਜਦੋਂ ਅਕਾਲ ਪੁਰਖ ਦੀ ਮੌਤ ਦੀ ਚਿੱਠੀ ਆ ਗਈ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚਲਿਓ। ਕਿ ਅੰਤ ਸਮੇਂ ਜਦੋਂ ਪਰਮਾਤਮਾ ਦੀ ਪੱਤਰਕਾ ਆ ਗਈ, ਮੌਤ ਦੀ ਚਿੱਠੀ ਆ ਗਈ, ਉਦੋਂ ਦੁਨਿਆਵੀ ਧਨ ਮਹਿਲ ਮਾੜੀਆਂ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਹੈ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਭਾਈ ਮਹਿਲ ਮਾੜੀਆਂ, ਸੁੰਦਰ ਮਹਿਲ ਅਤੇ ਦੁਨਿਆਵੀ ਧਨ ਛੱਡ ਕੇ ਇੱਥੇ ਸੰਸਾਰ ਤੋਂ ਕੂਚ ਕਰ ਜਾਣਾ ਹੈ ਜਦੋਂ ਪਰਮਾਤਮਾ ਦੀ ਭੇਜੀ ਹੋਈ ਮੌਤ ਦੀ ਚਿੱਠੀ ਆ ਗਈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਕਰਤ ਵਸਾ ਕੇ ਸੇਵਾ ਸਮਨ ਕਰਦੇ ਆਪਣਾ ਮਨੁੱਖਾ ਜਨ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਭ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।